च जिंद हुंदी जांदी फना आया हाँ कोल तेरे बख्शी गुना ते तो बगैर यीशु ना मेरी पना आया हाँ कोल तेरे बख्शी गुना। बाप ਅਤੇ ਬੇਟੀ ਅਤੇ ਰੂਹ ਪਾਕ ਦੇ ਨਾਮ ਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਜਿਵੇਂ ਕਿ ਅਸੀਂ ਇਸ ਦਿਨ ਇੱਕ ਵਾਰ ਫਿਰ ਖੁਦਾ ਦੀ ਅਲਤਾਰ ਦੇ ਸਾਹਮਣੇ ਇਕੱਠੇ ਹੋ ਰਹੇ ਹਾਂ, ਪ੍ਰਭੂ ਦੀ ਇਸ ਮਹਾਨ ਕੁਰਬਾਨੀ ਵਿੱਚ ਹਿੱਸਾ ਲੈਣ ਜਾ ਰਹੇ ਹਾਂ। ਅਸੀਂ ਖੁਦਾ ਦਾ ਧੰਨਵਾਦ ਕਰੀਏ ਇਸ ਨਵੇਂ ਦਿਨ ਦੇ ਲਈ ਜੋ ਉਸਨੇ ਸਾਡੇ ਜੀਵਨ ਵਿੱਚ ਜੋੜਿਆ ਹੈ, ਇੱਕ ਸਾਥ ਲਈ ਅਤੇ ਹਰ ਇੱਕ ਬਰਕਤ ਲਈ ਜੋ ਹੁਣ ਤੱਕ ਅਸੀਂ ਉਸ ਤੋਂ ਪ੍ਰਾਪਤ ਕੀਤੀ ਹੈ, ਉਸ ਲਈ ਅਸੀਂ ਖੁਦਾ ਦਾ ਧੰਨਵਾਦ ਕਰੀਏ। ਆਉਣ ਵਾਲੇ ਸਮੇਂ ਨੂੰ, ਅੱਜ ਦੇ ਸਾਰੇ ਦਿਨ ਨੂੰ ਆਪਣੀਆਂ ਸੋਚਾਂ, ਆਪਣੇ ਵਿਚਾਰਾਂ, ਜਜ਼ਬਾਤਾਂ, ਕੰਮਾਂ ਕਾਰਾਂ, ਗਤੀਵਿਧੀਆਂ ਸਭ ਕੁਝ ਨੂੰ ਪ੍ਰਭੂ ਦੀ ਅਲਤਾਰ ਉੱਤੇ ਚੜਾਉਂਦੇ ਹੋਏ ਪ੍ਰਭੂ ਦੇ ਚਰਨਾਂ ਵਿੱਚ ਸੌਂਪੀਏ ਕਿ ਪ੍ਰਭੂ ਹਰ ਕੰਮ ਵਿੱਚ ਸਾਡੀ ਅਗਵਾਈ ਕਰੇ, ਮਾਰਗਦਰਸ਼ਨ ਕਰੇ, ਸਾਡੀਆਂ ਸੋਚਾਂ ਨੂੰ ਸਹੀ ਰੱਖੇ ਅਤੇ ਸਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਚੱਲਣ ਲਈ ਮਾਰਗਦਰਸ਼ਨ ਪ੍ਰਦਾਨ ਕਰੇ। ਅੱਜ ਅਸੀਂ ਪ੍ਰਭੂ ਦੇ ਇੱਕ ਵਚਨ ਉੱਤੇ ਧਿਆਨ ਲਾਵਾਂਗੇ। ਪ੍ਰਭੂ ਯਿਸੂ ਸਾਨੂੰ ਸਾਰਿਆਂ ਨੂੰ ਅੱਜ ਇਹੀ ਕਹਿੰਦਾ ਹੈ, ਤੁਸੀਂ ਸੰਸਾਰ ਦੇ ਲੂਣ ਹੋ, ਤੁਸੀਂ ਸੰਸਾਰ ਦੇ ਚਾਨਣ ਹੋ। ਜੋ ਮਸੀਹੀ ਈਮਾਨ ਮੈਂ ਗ੍ਰਹਿਣ ਕੀਤਾ ਹੈ, ਮੇਰੇ ਵਿੱਚ ਜੋ ਮਸੀਹੀਅਤ ਹੈ, ਕਿ ਉਹ ਹੁਣ ਤੱਕ ਕਾਇਮ ਹੈ, ਕਿ ਮੈਂ ਉਸ ਵਿੱਚ ਮਜ਼ਬੂਤ ਹਾਂ, ਕਿ ਮੈਂ ਖੁਦਾ ਦੇ ਪ੍ਰਤੀ ਪੂਰਨ ਤੌਰ 'ਤੇ ਵਫਾਦਾਰ ਹਾਂ, ਕਿ ਮੈਂ ਆਪਣੇ ਈਮਾਨ ਦੇ ਅਨੁਸਾਰ ਆਪਣੀ ਜ਼ਿੰਦਗੀ ਬਿਤਾ ਰਿਹਾ ਹਾਂ ਜਾਂ ਨਹੀਂ। ਆਓ ਉਹਨਾਂ ਸਾਰਿਆਂ ਸਮਿਆਂ, ਵੇਲਿਆਂ, ਉਹਨਾਂ ਸਾਰੇ ਦਿਨਾਂ ਨੂੰ ਯਾਦ ਕਰੀਏ ਜਦੋਂ ਅਸੀਂ ਖੁਦਾ ਦੇ ਇਸ ਵਚਨ ਦੇ ਅਨੁਸਾਰ ਨਹੀਂ ਚੱਲੇ ਅਤੇ ਖੁਦਾ ਦੇ ਖਿਲਾਫ, ਉਸ ਦੇ ਵਚਨਾਂ ਅਤੇ ਹੁਕਮਾਂ ਦੇ ਖਿਲਾਫ ਅਸੀਂ ਗੁਨਾਹ ਕੀਤੇ ਹਨ। ਪਛਤਾਏ ਪਰ ਦਿਲ ਨਾਲ ਅਸੀਂ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਮੈਂ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर, ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ ਸਾਡੇ ਬਾਪ, ਆਪਣੀ ਮਿਹਰਬਾਨੀ ਨਾਲ ਤੂੰ ਸਭ ਕੁਝ ਨੂੰ ਸਾਡੀ ਨਿਜਾਤ ਦੀ ਯੋਜਨਾ ਦੇ ਮੁਤਾਬਕ ਚਲਾਉਂਦਾ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਹਰ ਕਿਸਮ ਦੀ ਬੁਰਾਈ ਨੂੰ ਸਾਡੇ ਤੋਂ ਦੂਰ ਰੱਖ ਅਤੇ ਜੋ ਕੁਝ ਸਾਡੇ ਲਈ ਚੰਗਾ ਅਤੇ ਭਲਾ ਹੈ ਉਹ ਸਾਨੂੰ ਬਖਸ਼ ਦੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ।
ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ 'ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ। पाठ पहला, दूसरा कुरंथिया 1 बाब 18 तो 22 आयत तक। जिवें खुदा सच्चा वफादार है, इवें ही तुहाडे विच साडा वचन हाँ हाँ अते ना ना नहीं सी, क्योंकि खुदा दा बेटा यीशु मसीह जिसदा प्रचार सिल्वानुस तीमती अते मैं तुहाडे विचकार कीता है, हाँ अते ना नहीं सी, पर उस विच ये हमेशा ही हाँ है, क्योंकि उस विच खुदा दियां प्रतिज्ञावां विचों हर एक हाँ ही है। इसे लई असी उस दे राही खुदा दी महिमा लई आमीन कहंदे हाँ। पर एक खुदा है जिस सानू तुहाडे नाल मसीह विच थाप्या है अते उसने सानू मसा कीता है। उसने साडे उत्ते अपनी मोहर ला के अते साडे दिलां विच अपना रूपाक दे के अपने वायदियां दी पहली किश्त दिती है। ए प्रभु दी वाणी है। खुदा दा शुक्र होवे। तपना है बिछाया। तपना है बिछाया, तपना है बिछाया।
प्रभु तुहाडे नाल होवे। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा सन्मति दे अनुसार ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 5 ਅਧਿਆਇ 13 ਤੋਂ 16 ਆਇਤ। ਤੁਸੀਂ ਧਰਤੀ ਦੇ ਲੂਣ ਹੋ, ਪਰ ਜੇਕਰ ਲੂਣ ਹੀ ਫਿੱਕਾ ਪੈ ਜਾਵੇ ਤਾਂ ਉਸ ਦਾ ਸਵਾਦ ਕਿਸ ਤਰ੍ਹਾਂ ਬਹਾਲ ਕੀਤਾ ਜਾਵੇਗਾ। ਉਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਸਿਵਾਏ ਇਸ ਦੇ ਕਿ ਉਸ ਨੂੰ ਬਾਹਰ ਸੁੱਟ ਦਿੱਤਾ ਜਾਵੇ ਅਤੇ ਲੋਕਾਂ ਦੇ ਪੈਰਾਂ ਹੇਠ ਮਿਧਿਆ ਜਾਵੇ। ਤੁਸੀਂ ਸੰਸਾਰ ਦੇ ਚਾਨਣ ਹੋ। ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ, ਨਾ ਹੀ ਲੋਕ ਦੀਵਾ ਬਾਲ ਕੇ ਟੋਕਰੇ ਥੱਲੇ ਰੱਖਦੇ ਹਨ, ਸਗੋਂ ਦਿਵਾਖੀ ਉੱਤੇ ਰੱਖਦੇ ਹਨ ਅਤੇ ਉਹ ਘਰ ਦੇ ਸਾਰੇ ਲੋਕਾਂ ਨੂੰ ਚਾਨਣ ਦਿੰਦਾ ਹੈ। ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਚਮਕੇ ਕਿ ਉਹ ਤੁਹਾਡੇ ਭਲੇ ਕੰਮਾਂ ਨੂੰ ਵੇਖਣ ਅਤੇ ਤੁਹਾਡੇ ਬਾਪ ਦੀ ਜੋ ਸਵਰਗ ਵਿੱਚ ਹੈ ਵਡਿਆਈ ਕਰਨ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵੀ ਪਿਆਰੇ ਭੈਣਾਂ ਤੇ ਭਰਾਓ, ਖੁਦਾ ਦਾ ਵਚਨ ਹਮੇਸ਼ਾ ਸਪਸ਼ਟ ਹੁੰਦਾ ਹੈ। ਉਸ ਵਿੱਚ ਦੋ ਤਰਫਾ ਕੋਈ ਵੀ ਗੱਲ ਨਹੀਂ ਹੁੰਦੀ, 100% ਸਪਸ਼ਟ ਹੁੰਦਾ ਹੈ। ਜੇਕਰ ਪ੍ਰਭੂ ਦਾ ਵਚਨ ਸਾਨੂੰ ਕਹਿ ਰਿਹਾ ਹੈ ਕਿ ਤੁਸੀਂ ਸੰਸਾਰ ਦੇ ਲੂਣ ਹੋ, ਤੁਸੀਂ ਸੰਸਾਰ ਦੇ ਚਾਨਣ ਹੋ, ਇਸ ਤੋਂ ਭਾਵ ਹੈ ਕਿ ਤੁਹਾਡੇ ਵਿੱਚ ਖੁਦਾ ਨੇ ਜੋ ਮਸੀਹੀ ਈਮਾਨ ਉਤਪੰਨ ਕੀਤਾ ਹੈ ਉਸ ਈਮਾਨ ਦੀ ਅਹਿਮੀਅਤ ਨੂੰ ਸਮਝੋ। ਉਹ ਕੁਝ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਪ੍ਰਭੂ ਕਹਿੰਦਾ ਇੱਕ ਰੂਪ ਕਥਾ ਵਿੱਚ ਕਿ ਕਿਸੇ ਇਨਸਾਨ ਨੂੰ ਜ਼ਮੀਨ ਵਿੱਚੋਂ ਕੋਈ ਖਜ਼ਾਨਾ ਲੱਭ ਪੈਂਦਾ ਆ ਜਾਂ ਕੋਈ ਬਹੁਤ ਹੀ ਕੀਮਤੀ ਹੀਰਾ ਲੱਭ ਪੈਂਦਾ ਆ ਤੇ ਉਹ ਉਸ ਨੂੰ ਪਾਉਣ ਦੇ ਲਈ ਬਾਕੀ ਸਾਰਾ ਕੁਝ ਵੇਚ ਦਿੰਦਾ ਆ ਤੇ ਫਿਰ ਉਸ ਨੂੰ ਹਾਸਲ ਕਰਦਾ ਹੈ। ਸਾਨੂੰ ਦਿੱਤਾ ਗਿਆ ਮਸੀਹੀ ਈਮਾਨ ਕੁਝ ਇਸ ਤਰ੍ਹਾਂ ਦਾ ਹੀ ਹੈ। ਈਮਾਨ ਕਦੀ ਸਥਿਰ ਨਹੀਂ ਰਹਿੰਦਾ, ਇਹ ਹਮੇਸ਼ਾ ਘਟਦਾ ਵੱਧਦਾ ਰਹਿੰਦਾ ਹੈ। ਸਾਨੂੰ ਪਤਾ ਜਦੋਂ ਅਸੀਂ ਆਪਣਾ ਟੈਂਪਰੇਚਰ ਯਾਨੀ ਤਾਪਮਾਨ ਬੁਖਾਰ ਚੈੱਕ ਕਰਾਉਣ ਲਈ ਡਾਕਟਰ ਕੋਲ ਜਾਂਦੇ ਹਾਂ ਤੇ ਜੋ ਥਰਮਾਮੀਟਰ ਉਹ ਇਸਤੇਮਾਲ ਕਰਦੇ ਹਨ ਉਹਦੇ ਵਿੱਚ ਪਾਰਾ ਹੁੰਦਾ ਹੈ। ਪਾਰਾ ਤਾਪਮਾਨ ਦੇ ਅਨੁਸਾਰ ਜਾਂ ਉੱਪਰ ਜਾਂਦਾ ਹੈ ਜਾਂ ਥੱਲੇ ਜਾਂਦਾ ਹੈ ਤੇ ਉਸ ਤੋਂ ਪਤਾ ਲੱਗਦਾ ਕਿ ਸਾਡੇ ਸਰੀਰ ਦਾ ਤਾਪਮਾਨ ਕਿੰਨਾ ਹੈ, ਸਾਡੇ ਵਿੱਚ ਬੁਖਾਰ ਹੈ ਜਾਂ ਨਹੀਂ। ਤੇ ਸਾਡਾ ਮਸੀਹੀ ਈਮਾਨ ਕੁਝ ਇਸ ਤਰ੍ਹਾਂ ਦਾ ਹੀ ਹੈ, ਜਾਂ ਇਹ ਘਟਦਾ ਹੈ ਜਾਂ ਇਹ ਵੱਧਦਾ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਈਮਾਨ ਦੇ ਪ੍ਰਤੀ ਕਿੰਨੇ ਸੁਚੇਤ ਹਾਂ, ਇਸ ਨੂੰ ਸਰਗਰਮ ਰੱਖਣ ਦੇ ਲਈ ਅਤੇ ਇਸ ਦੇ ਰਾਹੀਂ ਖੁਦਾ ਦੇ ਪ੍ਰਤੀ ਵਫਾਦਾਰ ਰਹਿਣ ਲਈ ਕਿੰਨੇ ਸੁਚੇਤ ਹਾਂ ਤੇ ਇਸ ਦੇ ਪ੍ਰਤੀ ਆਪਾਂ ਕਿੰਨੇ ਕੁ ਕਾਰਜਸ਼ੀਲ ਹਾਂ। ਇਸ ਨੂੰ ਜਗਦੇ ਰਹਿਣ ਦੇ ਲਈ ਜਾਂ ਇਸ ਨੂੰ ਸਰਗਰਮ ਰੱਖਣ ਦੇ ਲਈ ਅਸੀਂ ਕਿਹੜੇ ਕੰਮ ਕਰਦੇ ਹਾਂ। ਸਿਰਫ ਐਤਵਾਰ ਵਾਲੇ ਦਿਨ ਹੀ ਨਹੀਂ ਜਾਂ ਵੱਡੇ ਦਿਨ ਜਾਂ ਈਸਟਰ ਜਾਂ ਹੋਰ ਮਹਾਨ ਈਦਾਂ ਦੇ ਸਮੇਂ ਨਹੀਂ। ਮਸੀਹੀ ਈਮਾਨ ਨੂੰ ਸਰਗਰਮ ਰੱਖਣਾ, ਕਾਰਜਸ਼ੀਲ ਬਣਾਈ ਰੱਖਣਾ, ਇਹ ਇੱਕ ਨਿਰੰਤਰ ਕੰਮ ਹੈ, ਹਰ ਰੋਜ਼ ਦਾ ਕੰਮ ਹੈ। ਜਦੋਂ ਅਸੀਂ ਉੱਠਦੇ ਹਾਂ ਉਦੋਂ ਹੀ ਅਸੀਂ ਜਦੋਂ ਖੁਦਾ ਵੱਲ ਸਭ ਤੋਂ ਪਹਿਲਾਂ ਧਿਆਨ ਲਾਉਂਦੇ ਹਾਂ ਉੱਥੇ ਹੀ ਸਾਡਾ ਈਮਾਨ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਵਫਾਦਾਰੀ ਖੁਦਾ ਦੇ ਸਾਹਮਣੇ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਖੁਦਾ ਦੇ ਨਾਂ ਉੱਤੇ ਅਸੀਂ ਸਾਰੇ ਕੰਮ ਜਾਂ ਆਪਣਾ ਹਰ ਦਿਨ ਸ਼ੁਰੂ ਕਰਦੇ ਹਾਂ। ਖੁਦਾ ਦੇ ਪ੍ਰਤੀ ਅਸੀਂ ਆਪਣੇ ਪਿਆਰ ਨੂੰ, ਆਪਣੇ ਵਿਸ਼ਵਾਸ ਨੂੰ, ਉਸ ਦੇ ਪ੍ਰਤੀ ਅਸੀਂ ਵਫਾਦਾਰੀ ਨੂੰ ਇਸ ਤਰੀਕੇ ਨਾਲ ਸਿੱਧ ਕਰਨ ਦੀ ਜਾਂ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਸ ਤਰ੍ਹਾਂ ਸਾਰੇ ਦਿਨ ਵਿੱਚ ਆਪਣੀਆਂ ਸੋਚਾਂ, ਵਿਚਾਰਾਂ, ਕੰਮਾਂ ਕਾਰਾਂ, ਗਤੀਵਿਧੀਆਂ ਵਿੱਚ ਵੀ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਲਈ ਯਤਨਸ਼ੀਲ ਬਣੇ ਰਹਿੰਦੇ ਹਾਂ। ਕੁਝ ਇਸ ਤਰ੍ਹਾਂ ਹੀ ਹੈ ਅੱਜ ਦਾ ਵਚਨ ਸਾਨੂੰ ਕਹਿ ਰਿਹਾ, ਬਿਲਕੁਲ ਸਪਸ਼ਟ।
ਤੁਸੀਂ ਦੋਵਾਂ ਪਾਸੇ ਨਾ ਰਹੋ। ਜੇਕਰ ਖੁਦਾ ਦੀ ਪੈਰਵੀ ਕਰਨੀ ਹੈ ਤੇ ਸੱਚੇ ਦਿਲ ਨਾਲ ਕਰੋ, ਪੂਰੀ ਲਗਨ ਦੇ ਨਾਲ ਕਰੋ। ਉਹਦੇ ਵਿੱਚ ਕੋਈ ਦੋਗਲਾਪਨ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਆਲਸ ਨਹੀਂ ਹੋਣਾ ਚਾਹੀਦਾ। ਅੱਜ ਨਹੀਂ ਕੱਲ੍ਹ ਨੂੰ ਕਰ ਲਵਾਂਗੇ, ਕੱਲ੍ਹ ਨੂੰ ਗਿਰਜੇ ਜਾਵਾਂਗੇ, ਜਾਂ ਸ਼ਾਮ ਨੂੰ ਪ੍ਰਾਰਥਨਾ ਕਰ ਲਾਂਗੇ, ਜਾਂ ਬਾਅਦ ਵਿੱਚ ਖੁਦਾ ਦਾ ਵਚਨ ਪੜ੍ਹ ਲਵਾਂਗੇ, ਜਾਂ ਬਾਅਦ ਵਿੱਚ ਇਸ ਉੱਤੇ ਧਿਆਨ ਲਾਵਾਂਗੇ। ਇਹ ਸਾਰੀਆਂ ਗੱਲਾਂ ਸ਼ੈਤਾਨੀ ਅਜ਼ਮਾਇਸ਼ਾਂ ਹਨ। ਇਸ ਕਰਕੇ ਅੱਧੇ ਸ਼ੈਤਾਨ ਵੱਲ ਹੋਣਾ ਤੇ ਅੱਧੇ ਖੁਦਾ ਦੇ ਵੱਲ ਹੋਣਾ, ਅਸੀਂ ਕਿਸੇ ਪਾਸੇ ਵੀ ਨਹੀਂ ਲੱਗ ਸਕਦੇ। ਪ੍ਰਭੂ ਦਾ ਵਚਨ ਸਾਨੂੰ ਕਹਿੰਦਾ ਹੈ, ਤੁਹਾਡੀ ਹਾਂ ਹਾਂ ਹੋਵੇ ਅਤੇ ਤੁਹਾਡੀ ਨਾ ਨਾ ਹੋਵੇ। ਖਾਸ ਤੌਰ 'ਤੇ ਅਸੀਂ ਵਚਨ ਪੜ੍ਹਦੇ ਹਾਂ ਸੰਤ ਯੂਹੰਨਾ ਦੀ ਅੰਜੀਲ ਉਸ ਦਾ 8 ਅਧਿਆਇ 31 ਆਇਤ ਵਿੱਚ ਪ੍ਰਭੂ ਦਾ ਵਚਨ ਕਹਿੰਦਾ, ਜੇਕਰ ਤੁਸੀਂ ਮੇਰੀ ਸਿੱਖਿਆ ਵਿੱਚ ਦ੍ਰਿੜ ਰਹੋਗੇ, ਮਜ਼ਬੂਤ ਰਹੋਗੇ, ਤਾਂ ਤੁਸੀਂ ਸੱਚਮੁੱਚ ਮੇਰੇ ਚੇਲੇ ਹੋਵੋਗੇ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਸੱਚ ਇਹੀ ਹੈ ਕਿ ਖੁਦਾ ਨੇ ਸਾਨੂੰ ਚੁਣਿਆ ਹੈ, ਉਸ ਲਈ ਅਸੀਂ ਧੰਨਵਾਦ ਕਰੀਏ। ਦੂਜੀ ਸੱਚਾਈ ਹੈ ਕਿ ਜੋ ਮਸੀਹੀ ਇਮਾਨ ਸ਼ਾਇਦ ਅਸੀਂ ਆਪਣੇ ਮਾਂ-ਬਾਪ ਦੇ ਰਾਹੀਂ ਗ੍ਰਹਿਣ ਕੀਤਾ ਹੈ, ਸ਼ਾਇਦ ਅਸੀਂ ਆਪਣੇ ਧਰਮ ਮਾਂ-ਬਾਪ ਦੇ ਰਾਹੀਂ ਮਸੀਹੀ ਇਮਾਨ ਗ੍ਰਹਿਣ ਕੀਤਾ ਹੈ, ਜਾਂ ਕਿਸੇ ਵੀ ਭਲੇ ਵਿਸ਼ਵਾਸੀ ਇਨਸਾਨ ਦੇ ਰਾਹੀਂ ਇਸ ਮਸੀਹੀ ਇਮਾਨ ਨੂੰ ਗ੍ਰਹਿਣ ਕੀਤਾ ਹੈ, ਉਸ ਇਮਾਨ ਵਿੱਚ ਵਧਣਾ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ। ਅਤੇ ਖੁਦਾ ਇਹੀ ਚਾਹੁੰਦਾ ਹੈ ਅਸੀਂ ਆਪਣੇ ਇਮਾਨ ਵਿੱਚ ਜਦੋਂ ਵਧਾਂਗੇ, ਇਸ ਵਿੱਚ ਮਜ਼ਬੂਤ ਰਹਾਂਗੇ, ਤਾਂ ਅਸੀਂ ਇਸੇ ਹੀ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਸਿੱਧ ਕਰਾਂਗੇ ਕਿ ਅਸੀਂ ਹੀ ਸੰਸਾਰ ਦੇ ਲੂਣ ਹਾਂ, ਅਸੀਂ ਹੀ ਸੰਸਾਰ ਦੇ ਚਾਨਣ ਹਾਂ। ਆਪਣੀ ਇਮਾਨ ਦੇ ਅਨੁਸਾਰ ਚੱਲਦੇ ਹਾਂ, ਖੁਦਾ ਦੇ ਵਚਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਖੁਦਾ ਨੂੰ ਮਹਿਮਾ ਦੇਣ ਦੇ ਲਈ ਹੀ ਸਾਰੇ ਕੰਮ ਪੂਰੇ ਕਰਦੇ ਹਾਂ। ਆਓ ਅਸੀਂ ਕੁਝ ਸਮਾਂ ਸ਼ਾਂਤ ਰਹਿ ਕੇ ਪ੍ਰਾਰਥਨਾ ਵਿੱਚ ਹਿੱਸਾ ਲਈਏ। ਅੱਜ ਦੇ ਦਿਨ ਨੂੰ ਪ੍ਰਭੂ ਦੇ ਨਾਮ ਉੱਤੇ ਸ਼ੁਰੂ ਕਰਦੇ ਹੋਏ ਆਓ ਅਸੀਂ ਪ੍ਰਾਰਥਨਾ ਵਿੱਚ ਹਿੱਸੇ ਲੈਂਦੇ ਹੋਏ ਇਹ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ। ਖਾਸ ਤੌਰ 'ਤੇ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ, ਅਤੇ ਧੰਨਵਾਦ ਕਰਦੇ ਹਾਂ ਸਾਨੂੰ ਮਸੀਹੀ ਇਮਾਨ ਬਖਸ਼ਣ ਦੇ ਲਈ। ਪਿਤਾ ਪਰਮੇਸ਼ਵਰ, ਇਸ ਇਮਾਨ ਵਿੱਚ ਹਮੇਸ਼ਾ ਅਸੀਂ ਮਜ਼ਬੂਤ ਬਣੇ ਰਹੀਏ, ਤੁਹਾਡੇ ਪ੍ਰਤੀ ਅਸੀਂ ਹਮੇਸ਼ਾ ਵਫਾਦਾਰ ਰਹੀਏ। ਹੈ ਪ੍ਰਭੂ, ਸਾਨੂੰ ਬਰਕਤ ਦਿਓ ਅਤੇ ਸਾਡਾ ਮਾਰਗਦਰਸ਼ਨ ਕਰੋ, ਤਾਂ ਜੋ ਅੱਜ ਦੇ ਦਿਨ ਸਾਰੇ ਕੰਮਾਂ ਵਿੱਚ, ਸਾਰੀਆਂ ਗਤੀਆਂ ਵਿਧੀਆਂ ਵਿੱਚ ਅਸੀਂ ਤੁਹਾਡੀ ਹੀ ਮਰਜ਼ੀ ਨੂੰ ਪੂਰਾ ਕਰ ਸਕੀਏ ਅਤੇ ਤੁਹਾਡੇ ਨਾਮ ਨੂੰ ਜਲਾਲ ਦੇ ਸਕੀਏ। ਅਸੀਂ ਇਹ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। अर्पण करा मैं रोजे समझा। तू प्यारे रख के यार, अर्पण करा मैं रोजे समझा। प्यारे खुदाया कर ले परवान, अर्पण करा मैं रोजे समझा। अर्पण करा मैं रोजे समझा। अर्पण
अर्पण करा मैं रोजे समझा। प्राप्त भैनों प्रार्थना करो कि मेरे ते तुहाड़ी ये कुर्बानी पूरी कुदरत वाले खुदा बाप ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ ਤੇਰੀ ਦਇਆ ਉਤੇ ਭਰੋਸਾ ਰੱਖਦੇ ਹੋਏ ਅਸੀਂ ਆਸ ਦੇ ਨਾਲ ਆਪਣੇ ਚੜਾਵੇ ਲੈ ਕੇ ਤੇਰੇ ਪਾਕ ਅਲਤਾਰ ਉਤੇ ਆਉਂਦੇ ਹਾਂ। ਬਖਸ਼ ਦੇ ਕਿ ਇਹ ਪੇ ਜੋ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਨਾਲ ਸਾਨੂੰ ਜੋੜਦਾ ਹੈ ਸਾਡੇ ਲਈ ਨਵੇਂ ਜੀਵਨ ਦਾ ਸੋਮਾ ਬਣਿਆ ਰਹੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੈ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਸਾਤ ਬਖਸ਼ਣ ਵਾਲੇ ਵਜੋਂ ਭੇਜਿਆ ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ तेरे लिए एक पाक कौम ਨੂੰ हासिल करके उसने अपनियां बाਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ ਤਾਂ ਜੋ ਮੌਤ ਦਾ ਨਾਸ਼ ਕਰੇ ਅਤੇ ਜੀ ਉਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੇ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੀ ਹੋਈ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद
ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਵਿਸ਼ਵਾਸ ਫਰੈਂਕੋ ਦੇ ਗਨੈਲੋ, ਸਾਰੇ ਪ੍ਰੋਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਈ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਯਹੰਨਾ, ਸੰਤ ਪੌਲੁਸ, ਸੰਤ ਪਤਰਸ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਜਿਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਹੈ ਪ੍ਰਭੂ ਯਿਸੂ ਮਸੀਹ, ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੇ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ।
ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ऐ प्रभु, मैं इस योग नहीं हाँ कि तू मेरी छत थले आवे, पर एक ही शब्द आख अते मेरी रूह चंगी हो जावेगी। तू मेरे जीवन की रोटी है, तू मेरे जीवन का पानी है, तू मेरे जीवन की रोटी है, तू मेरे जीवन का पानी है। खाता रहो पीता रहो, खाता रहो पीता रहो, तेरी ही महिमा गाता रहूं। तू मेरे जीवन की रोटी है, तू मेरे जीवन का पानी है, तू मेरे जीवन की रोटी है, तू मेरे जीवन का पानी है। मुझको मिली है जिंदगानी है, मुझको मिली है जिंदगानी है, तेरी ही दी कुर्बानी है, तेरी ही दी कुर्बानी है। तूने मुझे नया जीवन दिया, तेरे लहू की ये निशानी है। तूने मुझे नया जीवन दिया, तेरे लहू की ये निशानी है। खाता रहो पीता रहो, खाता रहो पीता रहो, तेरी ही महिमा गाता रहूं। तू मेरे जीवन की रोटी है, तू मेरे जीवन का पानी है, तू मेरे जीवन की रोटी है, तू मेरे जीवन का पानी है। ਅਸੀਂ ਪ੍ਰਾਰਥਨਾ ਕਰੀਏ। हे खुदा ਸਾਡੇ ਬਾਪ, ਪ੍ਰਭੂ ਯਿਸੂ ਮਸੀਹ ਦੇ ਬਦਨ ਅਤੇ ਲਹੂ ਨਾਲ ਤੂੰ ਸਾਨੂੰ ਰਚਾਇਆ ਹੈ। ਆਪਣੀ ਰੂਹ ਨਾਲ ਸਾਡੀ ਅਗਵਾਈ ਕਰ, ਤਾਂ ਜੋ ਅਸੀਂ ਸਿਰਫ ਗੱਲਾਂ ਨਾਲ ਹੀ ਨਹੀਂ ਸਗੋਂ ਆਪਣੇ ਕਰਮਾਂ ਅਤੇ ਜ਼ਿੰਦਗੀ ਨਾਲ ਤੇਰੀ ਗਵਾਹੀ ਦੇ ਸਕੀਏ ਅਤੇ ਸਵਰਗ ਵਿੱਚ ਦਾਖਲ ਹੋਣ ਦੇ ਲਾਇਕ ਬਣ ਜਾਈਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। आमीन। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। ਦੁਆ ਯਾਦ ਕਰ। याद कर ऐ निहायत मेहरबान कुआरी मरियम, भई कदी नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां तैथों खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नासी आउंदी हां अते तेरे अगे खलो के मैं गुनाही रोंदी हां। ऐ दे तारी होई कलाम दी मां, तू मेरी अर्ज़ां नूं हकीर ना जान, सगों मेहरबानी नाल सुन अते कबूल कर। आमीन। मां मरियम शांति दी रानी, साडे लई दुआ कर।
रखदा ख्याल ओदा बाग दा माली करदा ए मेहरबानियां रखदा ख्याल ओदा बाग दा माली करदा ए मेहरबानियां जेड़ियां डाणियां फल ना देंदियां जेड़ियां डाणियां फल ना देंदियां सड़ के सवा हो जानियां कहंदा ए मसीह मैं अंगूर दा बूटा तुसी ओ मेरे